ਕੇਂਦਰ ਸਰਕਾਰ ਦੇ ਅੱਤਵਾਦੀ ਗਤੀਵਿਧੀਆਂ ਕਾਨੂੰਨ ਯੂਆਪਾ ਦੇ ਕੇਂਦਰੀ ਜਾਂਚ ਏਜੰਸੀ ਵੱਲੋਂ ਪੁੱਛਗਿੱਛ ਲਈ ਚੰਡੀਗੜ੍ਹ ਸੱਦੇ ਗਏ ਸੰਗਰੂਰ ਦੇ ਰੱਤਾ ਖੇੜਾ ਪਿੰਡ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋਂ ਪਿਛਲੇ ਦਿਨੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਖੁਦਕੁਸ਼ੀ ਕਰ ਲਈ ਸੀ। ਲਵਪ੍ਰੀਤ ਦੇ ਘਰ ਵਿਖੇ ਸਿੱਖ ਜਥੇਬੰਦੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਹਿਰੇਦਾਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅੰਦਰ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਪਿੰਡ ਰੱਤਾ ਖੇੜਾ ਦੇ ਨੌਜਵਾਨ ਲਵਪ੍ਰੀਤ ਨੂੰ ਕੇਂਦਰੀ ਟੀਮ ਚੰਡੀਗੜ੍ਹ ਬੁਲਾਉਂਦੀ ਹੈ। ਜਾਂਚ ਤੋਂ ਬਾਅਦ ਉਹ ਇੱਕ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਠਹਿਰਦਾ ਹੈ। ਸਵੇਰ ਨੂੰ ਖਬਰ ਆਉਂਦੀ ਹੈ ਕਿ ਉਸਨੇ ਆਤਮ ਹੱਤਿਆ ਕਰ ਲਈ ਹੈ। ਆਓ ਜਾਣਦੇ ਹਾਂ ਇਹ ਸਾਰਾ ਮਾਮਲਾ ਕੀ ਹੈ। ਪਰਿਵਾਰ ਦੇ ਨਾਲ ਵੱਖ-ਵੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਪਹਿਲਾਂ ਆਪਾਂ ਲਵਪ੍ਰੀਤ ਦੇ ਪਿਤਾ ਜੀ ਨਾਲ ਗੱਲ ਕਰਦੇ ਹਾਂ ਵੀ ਆਖਰ ਨੂੰ ਗੱਲ ਹੈ ਕੀ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਤੁਸੀਂ ਦੱਸੋਗੇ ਜੀ ਇਹ ਸਾਰੀ ਗੱਲ ਹੈ ਕੀ ਸੀ। ਇਹ ਵੇਖੋ ਜੀ, ਲਵਪ੍ਰੀਤ 13 ਤਰੀਕ ਨੂੰ ਸੱਜਣਾ ਪਿੰਡ ਗੁਰਦੁਆਰਾ ਸਾਹਿਬ ਚ ਡਿਊਟੀ ਕਰਦੇ ਸੀ। ਇਹ 13 ਤਰੀਕ ਤੋਂ ਇਹਨੂੰ ਨੋਸਟ ਚੰਡੀਗੜ੍ਹ ਤੋਂ ਲਹਿਰੇ ਵਾਲੀ ਪੁਲਿਸ ਨੂੰ ਆਇਆ। ਉਹ ਸਾਡੇ ਕੋਲ ਆਏ ਨੇ 11 ਤਰੀਕ ਨੂੰ। ਉਹਨਾਂ ਨੇ ਸਾਨੂੰ ਆਖਿਆ ਵੀ ਲਵਪ੍ਰੀਤ ਸਿੰਘ ਵੀ ਉਹਦੇ ਸੱਜਣਾ ਪਿੰਡ ਉੱਤੇ ਡਿਊਟੀ ਕਰਦੇ। ਉਹਨਾਂ ਨੇ ਫਿਰ ਮੋਬਾਈਲ ਦੇ ਵਿੱਚ ਸੈਂਡ ਕਰਤਾ ਇੱਥੋਂ ਸਾਡੇ ਪਿੰਡ ਆਏ ਨੇ। ਤੇ 13 ਤਰੀਕ ਨੂੰ ਲਵਪ੍ਰੀਤ ਜਾਂਦਾ ਹੈ। 9 ਵਜੇ ਮੇਰੀ ਗੱਲ ਹੁੰਦੀ ਹੈ ਵੀ ਮੈਂ ਡੈਡੀ ਪਹੁੰਚ ਗਿਆ। ਉਸ ਤੋਂ ਬਾਅਦ 6:30 ਵਜੇ ਫਿਰ ਉਹਨੇ ਕਿਹਾ ਵੀ ਮੈਂ ਸੁਬਾਹ ਆ ਸਕਦਾ ਜੀ, ਹੁਣ ਨਹੀਂ ਮੇਰੇ ਕੋਲ ਆ ਜਾਂਦਾ, ਮੈਂ ਲੇਟ ਹੋ ਗਿਆ। ਫਿਰ ਉਹਨੂੰ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ। ਫੋਨ ਬੰਦ ਹੋ ਗਿਆ, ਫਿਰ ਨਹੀਂ ਸਾਨੂੰ ਪਤਾ ਵੀ ਕੀ ਉਹਦੇ ਨਾਲ ਭਾਣਾ ਵਾਪਰਿਆ, ਕੀ ਹੋਇਆ ਕੀ ਨਾ। ਫਿਰ ਦੂਜੀ ਗੱਲ ਜੀ, ਜਦੋਂ ਸਾਨੂੰ ਉੱਥੇ ਜਾ ਕੇ ਪਤਾ ਲੱਗਾ, ਮੈਨੂੰ ਇੱਥੇ ਨਹੀਂ ਪਤਾ ਲੱਗਾ, ਫਿਰ ਉਹਦਾ ਜਿਹੜਾ ਵੇਖੋ ਆਪਣੀ ਖੱਬੀ ਸੱਜੀ ਲੱਤ ਤੇ ਉਹਦੇ ਤੇ ਪੱਟੀ ਦਾ ਨਿਸ਼ਾਨ ਹੈ ਜਿਹੜਾ ਅਸੀਂ ਵੇਖਿਆ। ਇੱਕ ਉਹਦਾ ਬੁੱਲ ਪੱਟਿਆ। ਤੁਸੀਂ ਇਹ ਮੰਨਦੇ ਹੋ ਵੀ ਉਸਨੇ ਖੁਦਕੁਸ਼ੀ ਕੀਤੀ ਹੈ? ਨਾ ਜੀ, ਉਹ ਤੇ ਕੋਈ ਡਰਾਮਾ ਬਣਾਇਆ ਗਿਆ। ਸਾਨੂੰ ਯਕੀਨ ਨਹੀਂ ਆਉਂਦਾ, ਕੋਈ ਕਰ ਨਹੀਂ ਸਕਦਾ। ਤੁਸੀਂ ਹੁਣ ਕੀ ਮੰਗ ਕਰਦੇ ਹੋ? ਅਸੀਂ ਜੀ ਵੱਧ ਤੋਂ ਵੱਧ ਇਨਸਾਫ ਦੀ ਮੰਗ ਕਰਦੇ ਹਾਂ। ਜਿਹੜੇ ਉਹਦੇ ਦੋਸ਼ੀ ਨੇ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜੀ, ਇਹ ਸਾਡੀ ਮੰਗ ਹੈ। ਸਾਡੇ ਨਾਲ ਨੇ ਕਮਿਊਨਿਟੀ ਸਾਹਿਬ ਤੋਂ ਗਿਆਨੀ ਨਿਰਮਲ ਸਿੰਘ ਜੀ, ਆਓ ਉਹਨਾਂ ਨਾਲ ਜਾਣਦੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ? ਅੱਜ ਇਹ ਬੱਚਾ ਉਦੋਂ 14-15 ਸਾਲ ਦਾ ਸੀ। ਮੈਂ ਇਹਨੂੰ ਅਜਨਾਲੇ ਛੱਡ ਕੇ ਆਇਆ ਸੀ। ਉੱਥੋਂ ਸਾਰੀ ਦਮਦਮ ਟਕਸਾਲ ਤੋਂ ਵਿੱਦਿਆ ਹਾਸਲ ਕੀਤੀ ਹੈ। ਬਾਅਦ 'ਚ ਸਾਡੇ ਨਾਲ ਜਥੇ ਨਾਲ ਵੀ ਵਿਚਰਦਾ ਰਿਹਾ, ਪਰ ਕੋਈ ਐਸੀ ਗੱਲ ਨਹੀਂ ਸੀ। ਉੱਥੇ ਜਦੋਂ ਇਹਨੂੰ ਬੁਲਾਇਆ ਗਿਆ ਤਾਂ ਉੱਥੇ ਹੀ ਇਹਦੇ ਤੋਂ ਕੋਈ ਦਬਾਅ ਪਾਇਆ ਗਿਆ, ਪ੍ਰੈਸ਼ਰ ਪਾਇਆ ਗਿਆ, ਜਿਹਦੇ ਕਰਕੇ ਇਹਨੇ ਅੰਬ ਸਾਹਿਬ ਗੁਰਦੁਆਰਾ ਵਿੱਚ ਐਸਾ ਕੀਤਾ। ਤੁਸੀਂ ਕੀ ਮੰਨਦੇ ਹੋ ਇਹ ਵੀ ਕਿਸੇ ਲੰਮੇ ਸਮੇਂ ਤੋਂ ਸਿੱਖ ਨੌਜਵਾਨਾਂ ਦੀ ਫੜੋਫੜੀ ਹੋਈ ਹੈ, ਇਹਦੇ ਸੋਚ? ਹਾਂਜੀ, ਇਹਦੇ ਬਾਰੇ ਵੀ ਹੁਣ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ। ਤੇ ਮੈਂ ਇਹ ਵੀ ਕਹਿਣਾ ਵੀ ਜਿਹੜੇ ਬੱਚਿਆਂ ਨੂੰ ਇਸ ਤਰ੍ਹਾਂ ਜਾਂ ਆਉਂਦੇ ਆ ਮੈਸੇਜ ਜਾਂ ਉਹਨਾਂ ਦੇ ਪਿੰਡ ਵਿੱਚ, ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਜਾਣਾ ਚਾਹੀਦਾ। ਪਿੰਡ ਦੇ ਸਰਪੰਚ ਜਾਂ ਕੋਈ ਨਾਲ ਉਹਨਾਂ ਦੇ ਕੋਈ ਮੈਂਬਰ ਸਾਹਿਬਾਨ ਇਕੱਲੇ ਨਾ ਜਾਣ। ਹੁਣ ਇਹ ਇਕੱਲਾ ਗਿਆ ਸੀ, ਸਾਨੂੰ ਹੁਣ ਇਹ ਜਾਣਦਾ ਹੈ ਜਾਂ ਰੱਬ ਜਾਣਦੇ ਹੈ ਜਾਂ ਉਹ ਏਜੰਸੀ ਜਾਣਦੀ ਹੈ। ਇਹ ਨੌਜਵਾਨ ਕਿਸੇ ਜਥੇਬੰਦੀ ਨਾਲ ਸੰਬੰਧ ਰੱਖਦਾ ਸੀ? ਦਮਦਮ ਟਕਸਾਲ ਨਾਲ ਬਸ ਇਹਨੇ ਵਿੱਦਿਆ ਹਾਸਲ ਕੀਤੀ, ਇਸ ਤੋਂ ਅੱਗੇ ਨਹੀਂ। ਇਹ ਬਸ ਗੁਰਦੁਆਰਾ ਸਾਹਿਬ ਹੁਣ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਿਹਾ ਸੀ ਬਰਨਾਲੇ ਦੇ ਕੋਲ। ਬਸ ਹੋਰ ਕੋਈ ਐਸਾ ਨਹੀਂ ਸੀ ਕਿ ਬਾਹਰ ਨਹੀਂ ਸੀ ਜਾਂਦਾ ਕੋਈ ਪ੍ਰਚਾਰ ਕਰਨ, ਤਾਂ ਬਸ ਉੱਥੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਪਿਛਲੇ ਸਾਲ ਅਸੀਂ ਇਹਦੇ ਆਨੰਦ ਕਾਰਜ ਕੀਤੇ ਆ ਗੁਰਮਤਿ ਅਨੁਸਾਰ ਨਾਲ। ਆਨੰਦ ਕਾਰਜ ਹੋਏ, ਕੋਈ ਇੱਥੋਂ 5 ਸਿੰਘ ਗਏ ਸੀ ਅਸੀਂ ਗੱਡੀ ਦੇ ਆਨੰਦ ਕਾਰਜ। ਇਸ ਤੋਂ ਅੱਗੇ ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਇਹ ਤਾਂ ਹੁਣ ਸਾਨੂੰ ਮਿਲ ਗਏ ਜਿਵੇਂ ਪ੍ਰੋਫੈਸਰ ਸਾਹਿਬ ਦੱਸਿਆ, ਕੋਈ ਜਾਂਚ ਹੋਵੇ ਚੰਗੀ ਬਰੀਕੀ ਨਾਲ, ਇਹ ਸਾਹਮਣੇ ਆ ਸਕਦਾ ਕਿ ਕੀ ਇਹਦੇ ਤੇ ਪਾਇਆ। ਵੇਖੋ ਉੱਥੋਂ ਆ ਕੇ ਇਹਨੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਕਮਰਾ ਲਿਆ 8 ਫੇਜ਼ ਮੋਹਾਲੀ, ਤੇ ਰਾਤ ਨੂੰ ਇਹ ਐਸਾ ਚਾਂਸ ਹੁੰਦਾ। ਪ੍ਰੋਫੈਸਰ ਮਹਿੰਦਰਪਾਲ ਜੀ, ਤੁਸੀਂ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹਦੇ ਸੰਬੰਧ ਚ ਇਹੀ ਕਹਿਣਾ ਚਾਹੁੰਦਾ, ਜਿਵੇਂ ਪਿਤਾ ਜੀ ਨੇ ਦੱਸਿਆ, ਲਵਪ੍ਰੀਤ ਦੇ ਭਾਈ ਨਿਰਮਲ ਸਿੰਘ ਜੀ ਨੇ ਦੱਸਿਆ, ਸਾਰੀਆਂ ਗੱਲਾਂ ਨੂੰ ਜੋੜ ਕੇ ਇਹੀ ਲੱਗਦਾ ਹੈ ਕਿ ਉਹਦੇ ਦਿਮਾਗ ਤੇ ਕੋਈ ਐਸਾ ਭਾਰ ਪਾ ਦਿੱਤਾ ਗਿਆ ਕਿ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਛੁਰੀਆਂ ਦੋਨੋਂ ਹੀ ਹੋ ਸਕਦੀਆਂ ਨੇ, ਜਾਂ ਤਾਂ ਇੱਕ ਸਕੀਮ ਦੇ ਤਹਿਤ ਉਹਨੂੰ ਕੁਝ ਐਸੇ ਤਰੀਕੇ ਨਾਲ ਕੀਤਾ ਗਿਆ ਹੋਵੇ ਕਿ ਆਪ ਕਿਸੇ ਏਜੰਸੀ ਨੇ ਮਰਵਾ ਦਿੱਤਾ ਹੋਵੇ, ਇਹ ਵੀ ਹੋ ਸਕਦਾ ਹੈ। ਉਹਨੇ ਸੁਸਾਈਡ ਕਰ ਲਿਆ ਹੋਵੇ, ਇਹ ਵੀ ਹੋ ਸਕਦਾ ਹੈ।
ਪਰ ਦੋਹਾਂ ਦੇ ਪਿੱਛੇ ਮਨਸੂਬਾ ਕੀ ਹੈ ਸਰਕਾਰ ਦਾ ਜਾਂ ਏਜੰਸੀ ਦਾ? ਉਹ ਇਹ ਹੈ ਕਿ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਅੰਮ੍ਰਿਤਧਾਰੀ ਨੇ ਤੇ ਨੌਜਵਾਨ ਨੇ, ਉਹਨਾਂ ਨੂੰ ਉਸ ਪੱਧਰ ਤੱਕ ਸੋਚਣ ਲਈ ਮਜਬੂਰ ਕਰ ਦਿੱਤਾ ਜਾਵੇ ਕਿ ਉਹ ਸਿੱਖ ਸਰੂਪ ਵਿੱਚ ਵੀ ਨਾ ਰਹਿਣ। ਇਹ ਮਨਸੂਬਾ ਕੰਮ ਕਰ ਰਿਹਾ। ਇਹਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਐਕਸਟਰਾ ਜੁਡੀਸ਼ੀਅਲ ਮਰਡਰ। ਇਹਦੇ ਬਾਰੇ ਸਾਰੇ ਸੰਸਾਰ ਦੇ ਵਿੱਚ ਹੁੰਦਾ ਹੈ ਕਿ ਜਦੋਂ ਸਰਕਾਰਾਂ ਲੋਕਤੰਤਰ ਕਹਾਉਂਦੀਆਂ ਨੇ ਪਰ ਲੋਕਤੰਤਰ ਤਰੀਕੇ ਨਾਲ ਚੱਲ ਨਹੀਂ ਸਕਦੀਆਂ, ਤਾਂ ਉਹ ਕੁਝ ਐਸੇ ਕਾਨੂੰਨ ਬਣਾਉਂਦੀਆਂ ਨੇ ਜਿਹੜੇ ਉਹਨਾਂ ਦੇ ਹਥਿਆਰਾਂ ਦੇ ਤੌਰ ਤੇ ਕੰਮ ਕਰਦੇ ਨੇ। ਤੇ ਜਿਹੜੇ ਲੋਕ ਲੋਕਤੰਤਰ ਵਿੱਚ ਆਪਣਾ ਹੱਕ ਸਮਝਦਿਆਂ ਹੋਇਆਂ ਸੱਚ ਦੀ ਗੱਲ ਕਰਦੇ ਨੇ, ਜਿਵੇਂ ਕਿ ਸਿੱਖ ਲੰਮਾ ਸਮਾਂ ਹੋ ਗਿਆ ਇੱਥੇ ਗੱਲ ਕਰ ਰਹੇ ਨੇ, ਫਿਰ ਸਰਕਾਰਾਂ ਉਹਨਾਂ ਕਾਨੂੰਨਾਂ ਨੂੰ, ਜਿਵੇਂ ਪਹਿਲਾਂ ਪੋਟਾ ਬਣਾਇਆ, ਨਾਸਾ ਬਣਾਇਆ, ਅਫਸਪਾ ਬਣਾਇਆ, ਹੁਣ ਉਹਨਾਂ ਨੇ UAPA ਬਣਾ ਲਿਆ। ਜਿੰਨੀਆਂ ਸਾਰਿਆਂ ਕਾਨੂੰਨਾਂ ਦੇ ਵਿੱਚ ਸਖਤ ਧਾਰਾਵਾਂ ਸੀ, ਉਹਨਾਂ ਸਾਰਿਆਂ ਨੂੰ ਜੋੜ ਕੇ ਉਹ ਖਤਮ ਕਰਤੇ। ਨਵੇਂ ਇੱਕ ਦੇ ਵਿੱਚ ਹੀ ਸਾਰਾ ਕੁਝ ਕਰਤਾ ਵੀ ਇਹ ਬੱਚਾ ਫੜ ਲਿਆ, ਇਸ ਬੱਚੇ ਨੂੰ ਆਪ ਸਾਬਤ ਕਰਨਾ ਪਊਗਾ ਕਿ ਇਹ ਦੋਸ਼ੀ ਨਹੀਂ ਆ, ਭਾਵੇਂ ਕਿ ਇਹਨੂੰ ਪਤਾ ਹੀ ਨਾ ਹੋਵੇ ਦੋਸ਼ ਕੀ ਚੀਜ਼ ਹੁੰਦੀ ਹੈ। ਇਹਨੂੰ ਇਹ ਕਾਨੂੰਨ ਐਸਾ ਹਥਿਆਰ ਬਣਾਤਾ, ਮਤਲਬ ਕਿ ਜਦੋਂ ਸੱਚ ਦਾ ਜਵਾਬ ਦੇਣ ਤੋਂ ਸਰਕਾਰਾਂ ਡਰਨ ਲੱਗ ਜਾਣ ਤਾਂ ਉਹ ਇਹ ਜੇ ਕਾਨੂੰਨਾਂ ਦਾ ਹਥਿਆਰ ਦੇ ਰੂਪ ਵਿੱਚ ਵਰਤਦੇ ਨੇ। ਉਹੀ ਗੱਲ ਲਵਪ੍ਰੀਤ ਨਾਲ ਹੋਈ। ਜੇ ਇਹਨੂੰ ਬੁਲਾਇਆ ਗਿਆ, ਇਹ ਇੰਨਾ ਸਟ੍ਰੈਸ ਹੋ ਗਿਆ ਵੀ ਪਤਾ ਨਹੀਂ, ਅਸੀਂ ਸਿੱਖ ਜਿਹੜੇ ਆ, ਅਸੀਂ 25-25 ਸਾਲ ਤੋਂ ਜੇਲ੍ਹਾਂ 'ਚ ਬੈਠੇ ਮੁੰਡਿਆਂ ਦਾ ਸੰਘਰਸ਼ ਲੜ ਰਹੇ ਹਾਂ। ਹਰ ਬੱਚਾ ਸੋਚਦਾ ਹੈ ਵੀ ਜੇ ਮੈਨੂੰ ਬਿਨਾਂ ਕਾਰਨ ਅੰਦਰ ਪਾਤਾ, ਹੋ ਸਕਦਾ ਅਗਲੇ 25 ਸਾਲ ਮੈਨੂੰ ਛੱਡਣੀ ਨਾ। ਹੁਣ ਤੁਸੀਂ ਰੋਜ਼ ਖਬਰਾਂ ਪੜ੍ਹੀ ਜਾਂਦੇ ਹੋ, ਤੁਹਾਡੇ ਅਖਬਾਰ ਦੇਈ ਜਾਂਦੇ ਨੇ ਵੀ ਹਵਾਰਾ ਸਾਹਿਬ ਫਲਾਣੇ ਕੇਸ 'ਚੋਂ ਵੀ ਬਰੀ, ਖਾਏ 'ਚੋਂ ਬਰੀ, ਪਰ ਉਹਨੂੰ ਤਾਂ ਪੈਰੋਲ ਨਹੀਂ ਮਿਲੀ। ਜ਼ਮਾਨਤ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਤਾਂ 25 ਸਾਲ 'ਚ ਪੈਰੋਲ ਨਹੀਂ ਮਿਲੀ, ਜਦ ਕਿ ਕਾਨੂੰਨੀ ਅਧਿਕਾਰ ਹੈ ਵੀ ਸਾਲ ਤੋਂ ਬਾਅਦ ਤੁਹਾਨੂੰ 3 ਮਹੀਨੇ ਦੀ 4 ਮਹੀਨੇ ਦੀ ਛੁੱਟੀ ਮਿਲਣੀ ਹੈ। ਸੋ ਹਰ ਬੱਚੇ ਦੇ ਉੱਤੇ ਸਟ੍ਰੈਸ ਹੈ। ਇਹ ਐਕਸਟਰਾ ਜੁਡੀਸ਼ੀਅਲ ਮਰਡਰ ਹੈ। ਅਸੀਂ ਇਹਦੀ ਇਨਕੁਆਇਰੀ ਕਰਾਵਾਂਗੇ। ਪਰਿਵਾਰ ਨੂੰ ਕੈਮਰੇ ਸਾਹਮਣੇ ਕਹਿ ਰਿਹਾ, ਪਰਿਵਾਰ ਇਸ ਗੱਲ ਤੇ ਖੜਾ ਰਹੇ ਕਿ ਅਸੀਂ ਬੱਚੇ ਦੀ ਇਨਕੁਆਇਰੀ ਕਰਾਉਣੀ ਹੈ। ਸੁਸਾਈਡ ਕਰ ਲਿਆ ਤਾਂ ਵੀ ਪਤਾ ਲੱਗਣਾ ਪਊ, ਪਰ ਇਹਨੂੰ ਮਜਬੂਰ ਕਿਹਨੇ ਕੀਤਾ, ਇਸ ਜਗ੍ਹਾ ਤੇ ਆਪਾਂ ਜਾਣਾ ਚਾਹੁੰਦੇ ਹਾਂ। ਮੇਰੀ ਪਾਰਟੀ ਜਾਣਾ ਚਾਹੁੰਦੀ ਹੈ। ਮੈਂ ਨਹੀਂ, ਸਦਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਰੇ ਸੀਨੀਅਰ ਲੀਡਰ ਬੈਠੇ ਨੇ। ਅਸੀਂ ਜਾਣਾ ਚਾਹੁੰਦੇ ਹਾਂ ਵੀ ਉਹਦਾ ਕਾਰਨ ਕੀ ਬਣਿਆ, ਕਿਉਂ ਜਾਣਾ ਚਾਹੁੰਦੇ ਹਾਂ। ਤੁਸੀਂ ਇਨਕੁਆਇਰੀ ਦੀ ਗੱਲ ਕਰ ਰਹੇ ਹੋ, ਜਾਂਚ ਦੀ ਗੱਲ ਕਰ ਰਹੇ ਹੋ, ਪਰ ਜਾਂਚ ਤਾਂ ਇਸੇ ਦੇਸ਼ ਦੇ ਕਾਨੂੰਨ ਨੇ ਕਰਨੀ ਹੈ, ਇਸੇ ਦੇਸ਼ ਦੇ ਅਧਿਕਾਰੀਆਂ ਨੇ ਕਰਨੀ ਹੈ। ਫਿਰ ਤੁਸੀਂ ਜਾਂਚ ਤੇ ਕਿਵੇਂ ਵਿਸ਼ਵਾਸ ਕਰੋ? ਸਾਡੇ ਕੋਲ ਇਸ ਤੋਂ ਬਿਨਾ ਕੋਈ ਹੋਰ ਸਾਧਨ ਵੀ ਅੱਜ ਦੀ ਘੜੀ ਨਹੀਂ ਹੈਗਾ। ਅਸੀਂ ਜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਵੀ ਜਾਣਾ ਹੈ ਤਾਂ ਉਹਨੇ ਵੀ ਸਾਨੂੰ ਪੁੱਛਣਾ ਵੀ ਤੁਸੀਂ ਆਪਣੇ ਦੇਸ਼ ਦੀ ਕੋਰਟ ਕੋਲ ਗਏ ਸੀ। ਜੇ ਅਸੀਂ ਇੱਥੋਂ ਸੈਟੀਸਫਾਈਡ ਨਹੀਂ ਹੋਵਾਂਗੇ ਤਾਂ ਫਿਰ ਅਸੀਂ ਅਗਲਾ ਕਾਨੂੰਨ ਸਾਰੇ ਹੈਗੇ ਨੇ ਤੇ ਸਾਨੂੰ ਸਾਰੇ ਪਤਾ ਨਹੀਂ, ਪਰ ਤੁਰਨਾ ਜਿਹੜਾ ਹੈ ਪਰਿਵਾਰ ਨੇ, ਕਿਉਂਕਿ ਸਿਗਨੇਚਰ ਪਿਤਾ ਦੇ, ਮਾਤਾ ਦੇ, ਮਿਸਿਸ ਦੇ, ਉਹਨਾਂ ਦੇ ਹੋਣੇ ਨੇ। ਉਸ ਤੋਂ ਬਾਅਦ ਅਸੀਂ ਤੁਰ ਸਕਦੇ। ਮੈਂ ਇੱਕ ਬੇਨਤੀ ਕਰ ਲਵਾਂ ਕਿ ਜਿਹੜਾ ਐਕਸਟਰਾ ਜੁਡੀਸ਼ੀਅਲ ਮਰਡਰ ਹੈ ਨਾ, ਅੱਜ ਲਵਪ੍ਰੀਤ ਉਹਦੇ ਵਿੱਚ ਸ਼ਾਮਲ ਹੋ ਗਿਆ। ਇਹ ਉਹੀ ਲੋਕ ਨੇ, ਇਹ ਉਹੀ ਸਾਡੇ ਸਿੱਖ ਨੇ ਜਿਹੜੇ ਖਾਲੜਾ ਸਾਹਿਬ ਨੇ 25,000 ਲੱਭੇ ਸੀ। ਉਹ ਉਦਾਂ ਤਰੀਕਾ ਮਾਰਦੇ ਸੀ, ਪਹਿਲਾਂ ਲਾਵਾਰਸ ਲਾਸ਼ਾਂ ਕਹਿ ਦਿੰਦੇ ਸੀ, ਦਰਿਆਵਾਂ ਸੁੱਟ ਦਿੰਦੇ ਸੀ। ਉਸ ਤੋਂ ਬਾਅਦ ਲੱਚਰ ਗਾਇਕੀ ਰਾਹੀਂ ਸਾਡੇ ਬੰਦੇ ਤਬਾਹ ਕੀਤੇ। ਫਿਰ ਅਗਲੇ ਪੜਾਅ 'ਚ ਨਸ਼ੇ ਰਾਹੀਂ। ਜਦੋਂ ਕੋਈ ਹੱਥਕੰਡਾ ਨਹੀਂ ਵਰਤਿਆ ਗਿਆ ਤਾਂ ਹੁਣ ਨੌਜਵਾਨ ਮੁੰਡਿਆਂ ਨੂੰ ਬੁਲਾ ਕੇ ਹਰਾਸ ਕਰਕੇ ਉਹਨਾਂ ਨੂੰ ਮਜਬੂਰ ਕਰ ਰਹੇ ਨੇ ਕਿ ਉਹ ਇਹ ਜਿਹੇ ਕਦਮ। ਤੇ ਸਿੱਖ ਜਥੇਬੰਦੀਆਂ ਦਾ ਇਹ ਮੰਨਣਾ ਹੈ ਵੀ ਇਹ ਉਸ ਨੌਜਵਾਨ ਨੇ ਖੁਦਕੁਸ਼ੀ ਨਹੀਂ ਕੀਤੀ ਤੇ ਇਸ ਦਾ ਜਾਂਚ ਦਾ ਵਿਸ਼ਾ ਜਾਂਚ ਕਰਵਾਈ ਜਾਏਗੀ। ਪਹਿਰੇਦਾਰ TV ਤੋਂ ਮੈਂ ਹਰਵੰਸ ਸਿੰਘ ਵਾਰਡੇ, ਸੰਗਰੂਰ।